दोस्तों अगले साडे बुलारे ने जय बिरदी जी चेतना एसोसीएशन वाले, जड़ा एक कमरा डॉक्टर अंबेडकर नूं समर्पित है और 6 दसंबर नूं उन्हां दी बरसी सी। उन्होंने भी औरतों नूं हक दिवाउण लई काफ़ी कुछ कीता, पर जदों उन्होंने औरतों नूं हक दिवाउण लई गल कीती, हिंदू रिफॉर्म कोड लियाउण दी कोशिश कीती तां उन्हां दा कट्टड़पंथियां वल्लों विरोध कीता गया। अफसोस की गल कि उन्हां वल्लों जिहड़ा औरतां दे हक्कां लई योगदान पाया गया उस तों इतिहास ने भुला दिता। सिर्फ एक दलितां दे मसीहा वजों पेश करके वो सारी जिहड़ी डिस्कोर्स सी इग्नोर किया गया। ਅਸੀਂ ਚਾਹਾਂਗੇ ਜੈ ਬਿਰਦੀ ਜੀ ਆਉਣ, ਉਹਨਾਂ ਬਾਰੇ ਦੋ ਸ਼ਬਦ ਕਹਿਣ ਔਰ ਖਾਸ ਤੌਰ ਤੇ ਉਹਨਾਂ ਦੀ ਸੋਚ ਅੱਜ ਕਿੰਨੀ ਪ੍ਰਸੰਗਿਕ ਹੈ ਇਸ ਦੇ ਬਾਰੇ। ਜੈ ਬਿਰਦੀ। ਥੈਂਕ ਯੂ ਗੁਰਪ੍ਰੀਤ ਜੀ। ਆਨਰੇਬਲ ਪ੍ਰੈਜ਼ਾਈਡਿੰਗ ਬੋਰਡ ਮੈਂਬਰਸ, ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਦਸੰਬਰ ਦੇ ਮਹੀਨੇ। ਜਿਸ ਤਰ੍ਹਾਂ ਗੁਰਪ੍ਰੀਤ ਨੇ ਦੱਸਿਆ ਕਿ ਦਸੰਬਰ ਦਾ ਮਹੀਨਾ ਕਈ ਕਾਰਨਾਂ ਕਰਕੇ ਇੱਕ ਪ੍ਰੋਮੀਨੈਂਟ ਮਹੀਨਾ, ਜਿਹੜੇ ਕਈ ਗੱਲਾਂ ਦੇ ਨਾਲ, ਕਈ ਅਹਿਮੀਅਤ ਵਾਲੀਆਂ ਗੱਲਾਂ ਦੇ ਨਾਲ ਜੁੜਿਆ। ਤੇ ਜੇਕਰ ਅੱਜ ਦੇ ਦਿਨ ਅਸੀਂ ਦੇਖ ਰਹੇ ਹੈਗੇ ਹਾਂ ਸ਼ਹੀਦ ਮੇਵਾ ਸਿੰਘ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ, ਚਾਹੇ ਇਹਨਾਂ ਦੀ ਬੈਕਗਰਾਊਂਡ ਗੁਲਾਮੀ ਤਾਂ ਹੈ, ਵੀ ਆਰ ਵਿਕਟਮਸ ਆਫ ਰੇਸਿਜ਼ਮ, ਪਰ ਇੱਕ ਗੱਲ ਉਹਨਾਂ ਨੂੰ ਲੱਗੀ ਵੀ ਇੱਥੇ ਇਹਦੇ ਇਲਾਵਾ ਇੰਡੀਆ ਦੇ ਵਿੱਚ ਵੀ ਆਰ ਵਿਕਟਮਸ ਬਟ ਵੀ ਆਰ ਆਲਸੋ ਅਨਟੱਚੇਬਲਸ। ਵੈਜ਼ ਇਨ ਦ ਵੈਸਟਰਨ ਵਰਲਡ, ਅਮਰੀਕਾ ਦੇ ਵਿੱਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਸਾਡੇ ਤੇ ਰੇਸਿਜ਼ਮ ਦੇ ਤਾਂ ਵਿਕਟਮ ਹੈਗੇ ਹਾਂ, ਪਰ ਇਹਦੇ ਨਾਲ ਨਾਲ ਜਦੋਂ ਇੰਡੀਆ ਦੇ ਵਿੱਚ ਸੀ, ਸਕੂਲਾਂ ਦੇ ਵਿੱਚ ਬੰਦੇ ਸੀ, ਤਾਂ ਉਹਨਾਂ ਨੂੰ ਇੱਕ ਪਾਸੇ ਬਿਠਾਇਆ ਜਾਂਦਾ ਸੀਗਾ। ਪਰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਦੋਂ ਸੀਗੇ, ਉਹ ਐਟਲੀਸਟ ਇੱਕ ਕਲਾਸਰੂਮ ਦੇ ਵਿੱਚ ਬੈਠਦੇ ਸੀਗੇ। ਇਸ ਪੁਆਇੰਟ 'ਤੇ ਮੈਂ ਬਾਅਦ ਦੇ ਵਿੱਚ ਵੀ ਆਵਾਂਗਾ, ਪਰ ਮੈਂ ਇਸ ਗੱਲ ਦਾ ਪੁਆਇੰਟ ਕਰਨਾ ਚਾਹੁੰਦਾ ਕਿ ਉਹਨਾਂ ਦਾ ਵਿੱਚ ਕਾਮਨ ਡਿਨੋਮੀਨੇਟਰ ਜਿਹੜਾ ਸੀਗਾ ਇਹਨਾਂ ਦੀ ਸੋਚ ਦਾ, ਉਹ ਸੀਗਾ ਕਿ ਐਜੀਟੇਸ਼ਨ ਦਾ। ਇਹਨੂੰ ਦਿਮਾਗ ਦੇ ਵਿੱਚ ਜਿਹੜੀ ਐਜੀਟੇਸ਼ਨ ਸੀ ਉਹਨਾਂ ਨੇ ਕਿਸ ਤਰ੍ਹਾਂ ਅਪਲਾਈ ਕੀਤਾ। ਦੂਜਾ ਪੁਆਇੰਟ ਮੈਂ ਗੱਲ ਕਰਨੀ ਚਾਹਾਂਗਾ ਕਿ ਅੱਜ ਇਹਨਾਂ ਦੀ ਸੋਚ ਜਿਹੜੀ ਸੀਗੀ ਉਹ ਸੈਕੂਲਰਿਜ਼ਮ ਦੇ ਨਾਲ ਵੀ ਸੀ, ਅਤੇ ਅੱਜ ਦੇ ਡਿਸਕਸ਼ਨ ਦਾ ਮੇਨ ਥੀਸਿਸ ਵੀ ਜਿਹੜਾ ਹੈਗਾ, ਥੀਮ ਹੈਗਾ, ਉਹ ਵੀ ਸੈਕੂਲਰਿਜ਼ਮ ਦੇ ਨਾਲ ਹੈ। ਜੇਕਰ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਨੀ ਹੈ ਅਤੇ ਨਾਲ ਨਾਲ ਸਾਨੂੰ ਰਿਲੀਜਨ ਬਾਰੇ ਵੀ ਸਮਝਣਾ ਜ਼ਰੂਰੀ ਹੈ ਕਿ ਰਿਲੀਜਨ ਦਾ ਰੋਲ ਕੀ ਹੈ। ਅਤੇ ਜਿਹੜੇ ਜਿਨ੍ਹਾਂ ਨੂੰ ਸੋਸ਼ੀਓਲੋਜੀ ਦੇ ਬਾਰੇ ਪਤਾ, ਜਿਸ ਤਰ੍ਹਾਂ ਮੇਰੇ ਦੋਸਤ ਸਾਧੂ ਬੇਨਿੰਗ ਹੋਣੀ ਸੋਸ਼ੀਓਲੋਜੀ ਨੂੰ ਜਾਣਦੇ ਆ, ਰਿਲੀਜੀਅਸ ਇੰਸਟੀਟਿਊਸ਼ਨ ਦੇ ਤੌਰ 'ਤੇ ਜੇਕਰ ਦੇਖਦੇ ਹੈਗੇ ਆ, ਅਤੇ ਰਿਲੀਜਨ ਇੱਕ ਇਹੋ ਜਿਹੀ ਇੰਸਟੀਟਿਊਸ਼ਨ ਹੈਗੀ ਹੈ ਜਿਹੜੀ ਐਸਟੈਬਲਿਸ਼ਮੈਂਟ ਦੇ ਹੱਕ ਦੇ ਵਿੱਚ ਹਮੇਸ਼ਾ ਜਾਂਦੀ ਹੈ। ਉਹ ਸਟੈਟਸ ਕੁਓ ਨੂੰ ਪ੍ਰਮੋਟ ਕਰਦੀ ਹੈ, ਉਹ ਨਹੀਂ ਚਾਹੁੰਦੀ ਕਿ ਇੱਥੇ ਕੋਈ ਰੈਵੋਲੂਸ਼ਨ ਆਵੇ। ਜੇਕਰ ਹਿੰਦੂਇਜ਼ਮ ਦੀ ਆਪਾਂ ਗੱਲ ਕਰਦੇ ਹੈਗੇ ਹਾਂ ਅਤੇ ਉਹਦੇ ਥਿਊਰੀ ਦੇ ਵਿੱਚ ਜੇਕਰ ਕਰਮਾਂ ਦੀ ਥਿਊਰੀ ਹੈ, ਕਰਮਾਂ ਦੀ ਥਿਊਰੀ ਨੇ ਉਸ ਐਸਟੈਬਲਿਸ਼ਮੈਂਟ ਦਾ ਇੰਟਰਸਟ ਬੜੇ ਵਧੀਆ ਤਰੀਕੇ ਦੇ ਨਾਲ ਸਰਵ ਕੀਤਾ। ਇਨ ਦ ਸੈਂਸ ਉਹ ਜਿਹੜਾ ਸਿਸਟਮ ਸੀਗਾ, ਹਾਇਰਕੀਅਲ ਸਿਸਟਮ ਜਿਹੜਾ ਸੀਗਾ, ਜਿਹੜਾ ਮੈਟਰੀਆਰਕਲ ਸਿਸਟਮ ਤੋਂ ਬਾਅਦ ਪੈਟਰੀਆਰਕਲ ਸਿਸਟਮ ਬਣ ਗਿਆ, ਉਹ ਹਜੇ ਤੱਕ ਵੀ ਸਰਵਾਈਵ ਕਰ ਰਿਹਾ ਇੰਡੀਆ ਦੇ ਵਿੱਚ। ਮੇਰਾ ਕਹਿਣ ਦਾ ਮਤਲਬ ਵੀ ਜਿਹੜਾ ਰਿਲੀਜਨ ਹੈਗਾ ਇੰਡੀਆ ਦੇ ਵਿੱਚ ਆਪਾਂ ਦੇਖਦੇ ਹੈਗੇ ਹਾਂ, ਥਿਊਰੀ ਆਫ ਕਰਮਾ ਨੇ ਇੱਥੇ ਤੱਕ ਬ੍ਰੇਨ ਵਾਸ਼ ਕਰ ਦਿੱਤਾ ਕਿ ਤੁਸੀਂ ਚੈਲੰਜ ਨਾ ਕਰੋ। ਜੇਕਰ ਅੱਜ ਤੁਸੀਂ ਦਲਿਤ ਜਾਂ ਅਨਟੱਚੇਬਲ ਹੈਗੇ ਆ, ਇਹਦੀ ਸਮੱਸਿਆ ਤੁਹਾਡੇ ਇਸ ਜਨਮ ਤੱਕ ਤਾਂ ਨਹੀਂ ਹੈਗੀ, ਪਿਛਲੇ ਜਨਮ ਤੱਕ ਆ। ਨਾ ਬੰਦਾ ਸੋਚੇ ਵੀ ਮੈਂ ਪਿਛਲੇ ਜਨਮ 'ਚ ਬੰਦਾ ਸੀਗਾ ਜਾਂ ਨਹੀਂ ਵੀ ਸੀਗਾ, ਅਤੇ ਉਲਟਾ ਉਹਨੇ ਕਹਿ ਦਿੱਤਾ ਵੀ ਜਦੋਂ ਨਾ ਕਿ ਵੀ ਜੇਕਰ ਤੁਸੀਂ ਅਗਲੇ ਜਨਮ ਦੇ ਵਿੱਚ ਆਪਣਾ ਸੁਧਾਰ ਚਾਹੁੰਦੇ ਆ ਤਾਂ ਤੁਸੀਂ ਚੰਗੇ ਬੰਦੇ ਬਣੋ, ਫਿਰ ਪਤਾ ਨਹੀਂ ਲੱਗਣਾ ਵੀ ਅਗਲੇ ਜਨਮ ਤੱਕ ਕੀ ਹੋਣਾ ਜਾਂ ਨਹੀਂ ਕੀ ਹੋਣਾ। ਇਸ ਕਰਕੇ ਜ਼ਿਆਦਾਤਰ ਜਨਰੇਸ਼ਨ ਆਫਟਰ ਜਨਰੇਸ਼ਨ ਲੋਕੀ ਦਾ ਨਾ ਕਿ ਵੀ ਆਪਣੀ ਜਿਹੜੀ ਐਜੀਟੇਸ਼ਨ ਦੀ ਸੋਚ ਸੀਗੀ ਉਸ ਨੂੰ ਐਕਸਪ੍ਰੈਸ ਕਰਦੇ ਰਹੇ। ਪਰ ਕਿਉਂਕਿ ਸ਼ਹੀਦ ਮੇਵਾ ਸਿੰਘ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਸਾਹਿਬ ਡਾਕਟਰ ਅੰਬੇਦਕਰ ਅਤੇ ਹੋਰ ਮਹਾਂਪੁਰਸ਼ਾਂ ਨੇ ਉਹ ਜਿਹੜੀ ਸੋਚ ਸੀਗੀ ਐਜੀਟੇਸ਼ਨ ਦੀ, ਉਹਨੂੰ ਜਿੰਦਾ ਰੱਖਿਆ। ਅਤੇ ਇਹ ਹੀ ਇੱਕ ਵੱਡਾ ਕਾਰਨ ਹੈਗਾ ਕਿ ਜਿਹੜਾ ਸਾਡਾ ਸਿਸਟਮ ਜਿਹੜਾ ਹੈਗਾ ਅੱਜ ਤੋਂ 4000 ਸਾਲ ਤੋਂ ਪਹਿਲਾਂ ਅਤੇ ਜੇਕਰ ਅੱਜ ਦੇਖਦੇ ਹੈਗੇ ਆ, ਉਹਦੇ ਵਿੱਚ ਚੇਂਜਸ ਆਈਆਂ। ਇਹਦੇ ਨਾਲ ਮੈਂ ਇੱਕ ਹੋਰ ਗੱਲ ਇਹ ਕਹਿਣੀ ਚਾਹਾਂਗਾ ਕਿ ਐਜੀਟੇਸ਼ਨ ਕਿਉਂ ਜ਼ਰੂਰੀ ਹੈਗੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਸਿਸਟਮ ਨੂੰ ਚੇਂਜ ਕਰਨਾ ਤਾਂ ਤੁਹਾਨੂੰ ਐਜੀਟੇਸ਼ਨ ਕਰਨੀ ਪਏਗੀ। ਇਸੇ ਕਰਕੇ ਡਾਕਟਰ ਅੰਬੇਦਕਰ ਉਹਨਾਂ ਨੇ ਪਹਿਲਾਂ ਐਜੂਕੇਸ਼ਨ ਦੀ ਗੱਲ ਕੀਤੀ, ਫਿਰ ਐਜੀਟੇਸ਼ਨ ਦੀ ਗੱਲ ਕੀਤੀ, ਉਸ ਤੋਂ ਬਾਅਦ ਆਰਗੇਨਾਈਜੇਸ਼ਨ ਆਪਾਂ ਜਿਸ ਤਰ੍ਹਾਂ ਅੱਜ ਆਰਗੇਨਾਈਜ਼ਡ ਹੋਏ ਹੈਗੇ ਆ, ਕਿਉਂਕਿ ਸਾਡੇ ਦਿਮਾਗ ਵਿੱਚ ਐਜੀਟੇਸ਼ਨ ਸੀ, ਤਾਂ ਹੀ ਆਪਾਂ ਸੈਟਰਡੇ ਸ਼ਾਮ ਨੂੰ ਇੱਥੇ ਇਕੱਠੇ ਹੋਏ ਹਾਂ। ਆਪਾਂ ਕੁਝ ਨਾ ਕੁਝ ਸਿਸਟਮ ਦੇ ਵਿੱਚ ਚੇਂਜਸ ਲਿਆਉਣੀਆਂ ਚਾਹੁੰਦੇ ਹਾਂ। ਇੱਕ ਹੋਰ ਮੈਂ ਜਿੱਦਾਂ ਕਿ ਗੱਲ ਕਹਿਣੀ ਚਾਹੁੰਦਾ ਸੀ ਕਿ ਜਿਹੜਾ ਰਿਲੀਜਨ ਜੇਕਰ ਇੰਸਟੀਟਿਊਸ਼ਨ ਦੇ ਤੌਰ 'ਤੇ ਦੇਖਦੇ ਹੈਗੇ ਆ,
ਉਹ ਇਹ ਹੈਗਾ ਕਿ ਜਿਹਨਾਂ ਮਹਾਪੁਰਸ਼ਾਂ ਨੇ ਐਜੀਟੇਸ਼ਨ ਕੀਤੀ ਵੀ, ਉਹਨਾਂ ਦੀ ਐਜੀਟੇਸ਼ਨ ਨੂੰ ਐਜੀਟੇਸ਼ਨ ਦਾ ਰੂਪ ਨਹੀਂ ਦਿੱਤਾ, ਇਨਕਲਾਬ ਦਾ ਰੂਪ ਨਹੀਂ ਦਿੱਤਾ। ਉਹਨਾਂ ਨੂੰ ਖਾਸ ਕਰਕੇ ਪੰਜਾਬ ਵਰਗੀ ਸਟੇਟ, ਪੰਜਾਬੀ ਕਲਚਰ ਦੇ ਵਿੱਚ, ਜਾਂ ਮੈਂ ਕਹਿ ਦੂੰਗਾ ਪੰਜਾਬੀ ਕਲਚਰ ਦੇ ਵਿੱਚ, ਉਹਨਾਂ ਨੂੰ ਇੱਕ ਭਗਤੀ ਦਾ ਰੂਪ ਦੇ ਦਿੱਤਾ। ਮੈਂ ਇੱਕ ਲਾਸਟ ਵੀਕ ਗੁਰੂ ਘਰ ਗਿਆ ਤਾਂ ਉੱਥੇ ਇੱਕ ਸ਼ਲੋਕ ਲਿਖਿਆ ਸੀਗਾ ਸੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਲਿਖਿਆ ਸੀ, ਰਾਜਾ ਰਾਮ ਕੀ ਸੇਵਾ ਨਾ ਕਰੂੰ, ਰਾਈਟ। ਪਰ ਮੈਂ ਜਿਹੜਾ ਕਿ ਇਸ ਗੱਲ ਤੋਂ ਹੈਰਾਨ ਜਿੱਦਾਂ ਨਾ ਕਿ ਹੋਇਆ ਵੀ ਇੱਕ ਪਾਸੇ ਕਹਿੰਦੇ ਹੈਗੇ ਕਿ ਉਹ ਭਗਤ ਸੀਗੇ, ਉਹ ਰਾਮ ਨੂੰ ਦੀ ਪੂਜਾ ਕਰਦੇ ਸੀਗੇ, ਪਰ ਦੂਜੇ ਪਾਸੇ ਉਹਨਾਂ ਦੀ ਬਾਣੀ ਦੇ ਵਿੱਚ ਇਹ ਹੁੰਦਾ ਕਿ ਮੈਂ ਰਾਜਾ ਰਾਮ ਦੀ ਸੇਵਾ ਨਾ ਕਰੂੰ, ਰਾਈਟ। ਫਿਰ ਉੱਥੋਂ ਜਾਣਾ ਕਿ ਵੀ ਇਸ ਹਿਸਾਬ ਨਾਲ ਜੇਕਰ ਹੋਰ ਵੀ ਮੈਂ ਸਟੱਡੀ ਕਰਦਾ ਤੇ ਗੁਰੂ ਕਬੀਰ ਹੁਣੀ ਹੋਏ ਜਾਂ ਗੁਰੂ ਨਾਮਦੇਵ ਜੀ ਹੋਏ, ਇਹਨਾਂ ਸਾਰਿਆਂ ਨੇ ਜਿੱਦਾਂ ਦੇਖਦਾ ਹੈਗਾ ਕਿ ਇਹਨਾਂ ਦੇ ਵਿੱਚ ਵੀ ਇਹ ਕਾਮਨ ਥ੍ਰੈਡ ਆਉਂਦਾ ਕਿ ਨਹੀਂ ਉਸ ਵੇਲੇ ਤੇ ਸਿਸਟਮ ਨੂੰ ਚੈਲੰਜ ਕੀਤਾ। ਪਰ ਕਿਉਂਕਿ ਜੇਕਰ ਚੈਲੰਜ ਨੂੰ ਤੁਸੀਂ ਸੈਲੀਬ੍ਰੇਟ ਕਰਦੇ ਆ ਤੇ ਉਹ ਸਟੇਟ ਦੇ ਇੰਟਰਸਟ ਨੂੰ ਸਰਵ ਨਹੀਂ ਕਰਦਾ, ਉਸ ਨੂੰ ਇੱਕ ਭਗਤੀ ਦਾ ਰੂਪ ਨਾਂ ਦੇ ਦਿੱਤਾ ਜਾਂਦਾ, ਉਸ ਨੂੰ ਜਿਹੜਾ ਨਾ ਕਿ ਇੱਕ ਧਰਮ ਦਾ ਨਾਂ ਦੇ ਦਿੱਤਾ ਕਿ ਤੁਸੀਂ ਸੇਵਾ ਕਰੋ। ਅੰਤ ਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜੇਕਰ ਅਸੀਂ ਇਨਕਲਾਬ ਲਿਆਉਣਾ ਚਾਹੁੰਦੇ ਹਾਂ, ਜੇਕਰ ਅਸੀਂ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਹਾਂ, ਤੇ ਪਹਿਲਾਂ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ, ਚਾਹੇ ਇਹਨਾਂ ਦੀ ਬੈਕਗਰਾਊਂਡ ਕਈ ਗੱਲਾਂ 'ਚੋਂ ਡਿਫਰੈਂਟ ਪੀਸ ਸੀਗੀ, ਪਰ ਜੇਕਰ ਮੈਂ ਸੋਚਦਾ ਕਿ ਇਹਨਾਂ ਦੇ ਵਿੱਚ ਕਾਮਨ ਥ੍ਰੈਡ ਕੀ ਸੀਗਾ, ਤੇ ਕਾਮਨ ਥ੍ਰੈਡ ਜਿਹੜਾ ਮੇਰੀ ਨਿਗਾਹ ਦੇ ਵਿੱਚ ਆਉਂਦਾ, ਜਿਹੜਾ ਇਹਨਾਂ ਦੀ ਸੋਚ ਦਾ ਸੀਗਾ, ਉਹ ਸੀ ਇਹਨਾਂ ਦੇ ਵਿੱਚ ਅੱਗ ਸੀ। ਦੇ ਹੈਡ ਅ ਫਾਇਰ ਇਨ ਦੈਮਸੈਲਵਸ। ਉਹ ਫਾਇਰ ਨੇ ਰੂਪ ਕਿਹੜਾ ਧਾਰਿਆ? ਐਜੀਟੇਸ਼ਨ ਦਾ। ਜਿੱਥੇ ਤੱਕ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਅਹਿਸਾਸ ਹੋਇਆ ਕੈਨੇਡਾ ਵਰਗੇ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਆ ਕੇ ਕਿ ਨਾ ਬਰਾਬਰਤਾ ਕੀ ਹੁੰਦੀ ਹੈ। ਹੋ ਸਕਦਾ ਸ਼ਾਇਦ, ਮੈਂ ਇੱਦਾਂ ਤਾਂ ਨਹੀਂ ਕਹਾਂਗਾ, ਜੇ ਉਹ ਇੰਡੀਆ 'ਚ ਰਹਿੰਦੇ ਤਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ, ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਗੁਲਾਮੀਅਤ ਦਾ ਕੀ ਮਤਲਬ ਹੈ। ਪਰ ਇੱਥੇ ਆ ਕੇ ਉਹਨਾਂ ਨੂੰ ਕਲੀਅਰਲੀ ਹੋ ਗਿਆ, ਅਤੇ ਜਿਸ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਐਜੀਟੇਸ਼ਨ ਸੀਗੀ ਉਹ ਜ਼ਿਆਦਾ ਹੋਈ। ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਉਹਨਾਂ ਦੀ ਗੱਲ ਹੈ, ਜਾਤ ਪਾਤ ਦੇ ਸਿਸਟਮ ਦਾ ਤਾਂ ਉਹਨਾਂ ਨੂੰ ਪਤਾ ਸੀ ਇੰਡੀਆ ਦੇ ਵਿੱਚ ਵੀ, ਪਰ ਉਹਨਾਂ ਨੂੰ ਅਹਿਸਾਸ ਜਿਹੜਾ ਜ਼ਿਆਦਾ ਹੋਇਆ ਉਹ ਜਦੋਂ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਆਏ। ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਹੁਣੀ ਭੈਣ ਜੀ ਹੁਣੀ ਗੱਲ ਕਰਕੇ ਗਏ ਆ ਡਬਲ ਜੈਪਰਡੀ ਦੀ, ਅਤੇ ਮੈਂ ਕਹਾਂਗਾ ਕਿ ਇਹਨੂੰ ਜੇਕਰ ਆਪਾਂ ਹੋਰ ਵੀ ਦੇਖਦੇ ਹੈਗੇ ਹਾਂ ਤਾਂ ਕੁਆਡਰਪਲ ਜੈਪਰਡੀ ਵੀ ਬਣ ਜਾਂਦਾ ਹੈਗਾ। ਇੱਕ ਗੱਲ ਉਹਨਾਂ ਨੂੰ ਡਿਫਰੈਂਟ ਲੱਗੀ, ਜਿਹੜੇ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਮੇਵਾ ਸਿੰਘ ਉਹਨਾਂ ਨੂੰ ਤੋਂ ਸੀਗੀ, ਉਹ ਸੀਗੀ ਕਿ ਹਾਂ ਇੱਥੇ ਜ਼ਰੂਰੀ ਹੈਗਾ ਕਿ ਜਿਸ ਤਰ੍ਹਾਂ ਹੁਣੀ ਭੈਣ ਜੀ ਹੁਣ ਦੱਸ ਕੇ ਵੀ ਗਏ ਹੈਗੇ ਆ ਕਿ ਐਜੂਕੇਸ਼ਨ ਦੀ ਲੋੜ ਆ, ਕਿਉਂਕਿ ਜਦੋਂ ਸਾਨੂੰ ਅਸੀਂ ਐਜੂਕੇਟਡ ਹੋ ਜਾਵਾਂਗੇ, ਅਸੀਂ ਕ੍ਰਿਟੀਕਲੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨ ਲੱਗ ਪਵਾਂਗੇ, ਫਿਰ ਸਾਡੇ ਦਿਮਾਗ ਦੇ ਵਿੱਚ ਕੌਨਫੀਡੈਂਸ ਆਏਗਾ ਅਤੇ ਅਸੀਂ ਚੈਲੰਜ ਜੋ ਵੀ ਸਿਸਟਮ ਦੇ ਵਿੱਚ ਹੋ ਰਿਹਾ, ਚੰਗੀਆਂ ਬੁਰੀਆਂ ਗੱਲਾਂ ਹੋ ਰਹੀਆਂ, ਅਸੀਂ ਉਹਨੂੰ ਕ੍ਰਿਟੀਕਲੀ ਐਨਾਲਾਈਜ਼ ਕਰਕੇ ਅਸੀਂ ਉਹਨੂੰ ਚੈਲੰਜ ਕਰਾਂਗੇ। ਅਤੇ ਸ਼ਾਇਦ ਇਹੀ ਇੱਕ ਕਾਰਨ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖਦੇ ਹੈਗੇ ਆ ਕਿ ਈਵਨ ਵੈਸਟਰਨ ਕੰਟਰੀਜ਼ ਦੇ ਵਿੱਚ ਜਿੱਥੇ ਐਜੂਕੇਸ਼ਨ ਇੱਕ ਪਬਲਿਕ ਐਜੂਕੇਸ਼ਨ ਸੀਗੀ, ਲੋਕਾਂ ਨੂੰ ਫ੍ਰੀ ਐਜੂਕੇਸ਼ਨ ਕਾਫੀ ਹੱਦ ਤੱਕ ਮਿਲਦੀ ਸੀ ਜਾਂ ਅਫੋਰਡੇਬਲ ਐਜੂਕੇਸ਼ਨ ਸੀ, ਪੋਸਟ ਸੈਕੰਡਰੀ ਐਜੂਕੇਸ਼ਨ, ਅੱਜ ਕੱਲ੍ਹ ਐਜੂਕੇਸ਼ਨ ਕਾਫੀ ਮਹਿੰਗੀ ਹੋਈ ਜਾ ਰਹੀ ਹੈਗੀ ਆ। ਈਵਨ ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈਗੀ, ਹਾਈ ਸਕੂਲ ਤੱਕ ਦੀ ਐਜੂਕੇਸ਼ਨ ਹੈਗੀ ਆ, ਉਹ ਵੀ ਕੌਨਸਟੈਂਟਲੀ ਅੰਡਰ ਥ੍ਰੈਟ ਹੋ ਰਹੀ ਹੈ, ਕਿਉਂਕਿ ਜੇਕਰ ਉੱਥੇ ਗੱਲ ਆ ਜਾਂਦੀ ਹੈਗੀ ਕਿ ਜੇਕਰ ਅਸੀਂ ਐਜੂਕੇਸ਼ਨ ਦੀ ਸਪੋਰਟ ਕਰਾਂਗੇ ਤੇ ਅਸੀਂ ਡਾਇਰੈਕਟਲੀ ਜਿਹੜਾ ਸਟੈਟਸ ਕੋ ਹੈਗਾ ਉਹਨੂੰ ਅਸੀਂ ਚੈਲੰਜ ਕਰਾਂਗੇ। ਅੰਤ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਜੇਕਰ ਅਸੀਂ ਇਹਨਾਂ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਜਿਨ੍ਹਾਂ ਨੇ ਸਮਾਜ ਨੂੰ ਅੱਗੇ ਲਿਆਉਣ ਦੇ ਲਈ ਸਾਨੂੰ ਇੰਸਪਾਇਰ ਕੀਤਾ, ਚਾਹੇ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਸੀ, ਚਾਹੇ ਉਹ ਕਰਤਾਰ ਸਿੰਘ ਸਰਾਭਾ ਸੀ, ਚਾਹੇ ਸ਼ਹੀਦ ਮੇਵਾ ਸਿੰਘ ਸੀ, ਚਾਹੇ ਜਿਸ ਤਰ੍ਹਾਂ ਕਵਿਤਾ ਦੇ ਵਿੱਚ ਆਪਾਂ ਪਹਿਲਾਂ ਸੁਣਿਆ ਸ਼ਹੀਦ ਭਗਤ ਸਿੰਘ ਸੀ। ਉਹ ਜਿਹੜੇ ਸਾਡੇ ਮਨ ਦੇ ਵਿੱਚ ਐਜੀਟੇਸ਼ਨ ਹੋਣੀ ਚਾਹੀਦੀ, ਉਹ ਜਿਹੜੀ ਅੱਗ ਹੋਣੀ ਚਾਹੀਦੀ ਹੈਗੀ ਆ, ਉਹ ਅੱਗ ਨਹੀਂ ਬੁਝਣੀ ਚਾਹੀਦੀ। ਇਹ ਇੱਕ ਜ਼ਰੂਰੀ ਗੱਲ ਹੈਗੀ ਆ। ਦੂਸਰੀ ਗੱਲ ਤੇ ਸ਼ਾਇਦ ਅਸੀਂ ਇੱਥੇ ਇਸ ਗੱਲ ਡਿਫਰੈਂਟ ਹੋ ਸਕੇ ਕਿ ਜੇਕਰ ਉਹਨੂੰ ਅੱਗ ਹੈਗੀ ਆ ਤਾਂ ਉਹਨੂੰ ਕਿਸ ਤਰ੍ਹਾਂ ਆਪਾਂ ਜਿੱਦਾਂ ਨਾ ਕਿ ਵੀ ਵਰਤਣਾ ਹੈਗਾ।
ਉੱਥੇ ਸ਼ਾਇਦ ਡਿਫਰੈਂਸ ਹੋ ਸਕਦੇ ਆ ਕਿ ਇੱਕ ਪਾਸੇ ਹੈਗਾ ਵੀ ਰੈਵੋਲੂਸ਼ਨ ਜਿੱਦਾਂ ਹਥਿਆਰਾਂ ਦੇ ਨਾਲ, ਦੂਸਰੇ ਪਾਸੇ ਡਾਕਟਰ ਅੰਬੇਦਕਰ ਨੇ ਜਿਸ ਤਰ੍ਹਾਂ ਦੱਸਿਆ ਉਹ ਹੈਗਾ ਇੱਕ ਡੈਮੋਕ੍ਰੈਟਿਕ ਰੈਵੋਲੂਸ਼ਨ। ਮੇਰਾ ਕਹਿਣ ਦਾ ਮਤਲਬ ਰੈਵੋਲੂਸ਼ਨ ਲਿਆਉਣ ਦੀ ਲੋੜ ਹੈਗੀ ਆ, ਰੈਵੋਲੂਸ਼ਨ ਕਿਸ ਤਰੀਕੇ ਦੇ ਨਾਲ ਲਿਆਉਣੀ ਹੈਗੀ ਆ ਉਸ ਦੇ ਬਾਰੇ ਹੋਰ ਵਿਚਾਰ ਕੀਤਾ ਜਾ ਸਕਦਾ ਹੈਗਾ, ਪਰ ਟਾਈਮ ਦੀ ਸਮੱਸਿਆ ਹੋਣ ਕਰਕੇ ਮੈਂ ਇੱਥੇ ਹੀ ਸਮਾਪਤ ਕਰਦਾ ਅਤੇ ਮੈਂ ਉਮੀਦ ਰੱਖਦਾ ਕਿ ਜੇਕਰ ਅੱਜ ਦੀ ਮੀਟਿੰਗ ਤੋਂ ਬਾਅਦ ਮੇਰੇ ਵਿੱਚ ਉਹ ਅੱਗ ਜਿਹੜੀ ਐਜੀਟੇਸ਼ਨ ਦੀ ਹੈ ਹੋਰ ਵੀ ਵੱਧ ਸਕੇ ਤੇ ਮੈਂ ਸਮਝਾਂਗਾ ਕਿ ਉਹ ਸਹੀ ਸ਼ਰਧਾਂਜਲੀ ਹੈਗੀ ਆ ਤੇ ਇਹ ਅੱਗ ਦੇ ਵਿੱਚ ਜਿਹਦਾ ਨਾ ਕਿ ਉਸ ਨੂੰ ਹੋਰ ਇਗਨਾਈਟ ਕੀਤਾ। ਗੁਰਪ੍ਰੀਤ ਉਹਨਾਂ ਨੇ ਆਪਣੇ ਮੈਗਜ਼ੀਨ ਦਸੰਬਰ ਦਾ ਇਸ਼ੂ ਜਿਹੜਾ ਇਸ ਗੱਲ ਦੇ ਵੀ ਵਧਾਈ ਦੇ ਪਾਤਰ ਹੈ ਕਿ ਇਹਨਾਂ ਨੇ ਇਹ ਜਿਹੜੀਆਂ ਇਸ ਐਨਰਜੀ ਨੂੰ ਸਿਨਰਜਾਈਜ਼ ਕਰਨ ਦੇ ਵਿੱਚ ਇਹਨਾਂ ਦਾ ਜੋ ਸਹਿਯੋਗ ਹੈਗਾ ਮੈਂ ਇਹਨਾਂ ਨੂੰ ਦਾ ਵੀ ਇਸ ਗੱਲ ਦੇ ਨਾਲ ਧੰਨਵਾਦ ਕਰਦਾ ਅਤੇ ਜੋ ਸ਼ਹੀਦਾਂ ਮਹਾਂਪੁਰਸ਼ਾਂ ਨੇ ਸਾਨੂੰ ਸੋਚ ਦਿੱਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਮਿਲਣ ਆ ਰਹੇ ਨੇ ਜਾਂ ਫਿਰ ਆ ਚੁੱਕੇ ਨੇ, ਪਰ ਕਦੇ ਸੋਚਿਆ ਜੇਕਰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਹਸਪਤਾਲ ਦਾ ਇੱਕ ਦਿਨ ਦਾ ਖਰਚਾ 3000 ਤੋਂ ਲੈ ਕੇ $5000 ਤੱਕ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਣ ਲਈ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਪੜਦਾ ਹੈ ਜਿਸ ਵਿੱਚ ਡਾਕਟਰ, ਐਂਬੂਲੈਂਸ ਤੇ ਹਸਪੀਟਲ ਦਾ ਸਾਰਾ ਖਰਚਾ ਕਵਰ ਹੁੰਦਾ ਹੋ। ਹਾਲੇ ਵੀ ਦੇਰ ਨਹੀਂ ਹੋਈ, ਪੰਜਾਬ ਇੰਸ਼ੋਰੈਂਸ ਨੂੰ ਹੁਣੇ ਫੋਨ ਕਰੋ 1-888 978 6522। ਪੰਜਾਬ ਇੰਸ਼ੋਰੈਂਸ, ਆਪਣੇ ਸੁਪਨਿਆਂ ਨੂੰ ਸਾਕਾਰ ਕਰੋ। ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ डायग्नोसिस ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ। इंजरी के बाद शरीर के कुछ जोड़ पूरी तरह मूव नहीं करते या डिस्क दब जाती है जिन्हें हम मोबिलाइज, मैनिपुलेट या ट्रैक्शन से ठीक कर सकते हैं। Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ। ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ तो एक बार साडे क्लिनिक ते जरूर आओ। You will feel the difference. ਕੀ ਹੋਇਆ? ਕਿਸ ਨਾਲ ਲੜ ਕੇ ਆਈ ਹੈ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ ਹੈ? ਇੰਨੀ ਕੀ ਗੱਲ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਗਰ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently. मॉर्गेज नवी लेनी है या रीन्यू करानी है तो आज ही मिलो कम्युनिटी ਦੇ ਮਸ਼ਹੂਰ ਮਾਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ।